दोस्तों अज असी खास गलबात करन दे लई प्रसिद्ध वकील ब्रिजमोहन होना कोल आए हैं। मामला डोमैसटिक वायलेंस का आ। अमेरिका दे विच एक घटना वापरी है, कुड़ी ने आत्म हत्या कर ली। वो घटना का सच की है हौली हौली बाहर आ रहा, पर उहदे नाल एक जिहड़ा मुद्दा फिर चर्चा दे विच आ गया कि डोमैसटिक वायलेंस क्यों हुंदी है इन्हां देशां दे विच, जिथे कि दुनिया के सब तो एडवांस देश इन्हां नूं असीं कहने हैं कि उत्थे भी डोमैसटिक वायलेंस हुंदी है, जां दूजी असीं डोमैसटिक वायलेंस कहने किहनूं आ। की ਇਹਦਾ शिकार ਕੱਲੀਆਂ औरतां ਹੁੰਦੀਆਂ ਜਾਂ मर्द भी ਇੱਥੇ शिकार ਹੁੰਦੇ। ਇਹਦੇ ਲਈ ਕੋਈ ਸਪੈਸ਼ਲ ਅਦਾਲਤ ਹੁੰਦੀ ਹੈ। ਇਹਨਾਂ ਕੇਸਾਂ ਦੇ ਵਿੱਚ ਕੀਤਾ ਕੀ ਜਾ ਸਕਦਾ ਜੇ ਕੋਈ ਇਸ ਵੇਲੇ ਵਿਕਟਮ ਆ ਡੋਮੈਸਟਿਕ ਵਾਇਲੈਂਸ ਦਾ, ਕਿਸੇ ਨੂੰ ਲੱਗਦਾ ਕਿ ਮੇਰੇ ਨਾਲ ਤਸ਼ੱਦਦ ਹੋ ਰਿਹਾ, ਉਹ ਔਰਤ ਕੀ ਕਰ ਸਕਦੀ ਹੈ। ਬ੍ਰਿਜਮਨ ਹੋਣਾ ਨਾਲ ਗੱਲਬਾਤ ਕਰਦੇ ਹਾਂ। ਬ੍ਰਿਜਮਨ ਜੀ, ਡੋਮੈਸਟਿਕ ਵਾਇਲੈਂਸ ਅਸੀਂ ਕਿਹਨੂੰ ਕਹਿੰਦੇ ਹਾਂ? ਕੁੱਟਣਾ ਮਾਰਨਾ ਜਾਂ ਇਹਦੀ ਪਰਿਭਾਸ਼ਾ ਹੋਰ ਵੀ ਹੁੰਦੀ ਹੈ? ਜਦ ਆਪਾਂ ਗੱਲਬਾਤ ਡੋਮੈਸਟਿਕ ਵਾਇਲੈਂਸ ਦੀ ਕਰੀਦੀ ਹੈ, ਕਿਸੇ ਵੀ ਤਰ੍ਹਾਂ ਦੀ ਹਿੰਸਾ ਘਰੇਲੂ ਮਾਹੌਲ ਵਿੱਚ, ਚਾਹੇ ਕੋਈ ਆਪਣੇ ਮਾਂ ਬਾਪ ਨੂੰ ਆਪਣੀ ਬੇਸਮੈਂਟ 'ਚ ਤਾੜ ਕੇ ਰੱਖ ਰਿਹਾ, ਉਹਨਾਂ ਨੂੰ ਇਜਾਜ਼ਤ ਨਹੀਂ ਦਿੰਦਾ ਕਿ ਵੀ ਤੁਸੀਂ ਆ ਕੇ ਉੱਪਰ ਬੱਚਿਆਂ ਨਾਲ ਜਾਂ ਆਪਣੇ ਦੋਤੇ ਪੋਤਿਆਂ ਨਾਲ ਖੇਲ ਸਕੋ, ਜਾਂ ਹਸਬੈਂਡ ਆਪਣੇ ਵਾਈਫ ਦੇ ਉੱਪਰ ਕੰਟਰੋਲ ਰੱਖਦਾ, ਉਹਨੂੰ ਬੈਂਕ 'ਚ ਇਕੱਲੀ ਨਹੀਂ ਜਾ ਸਕਦਾ, ਇਹ ਬੈਂਕ 'ਚ ਇਕੱਲੀ ਨਹੀਂ ਜਾ ਸਕਦੀ, ਅਤੇ ਉਹਨੂੰ ਪੈਸੇ ਵਗੈਰਾ ਨਹੀਂ ਦਿੰਦਾ, ਜਾਂ ਉਹਦਾ ਅੱਧੀ ਰਾਤ ਨੂੰ ਆ ਕੇ ਧੁੱਤ ਸ਼ਰਾਬ ਪੀਤੀ ਹੋਈ 'ਚ ਉਹਦਾ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਦਾ। ਸੋ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਘਰੇਲੂ ਮਾਹੌਲ ਵਿੱਚ, ਘਰੇਲੂ ਸਰਕਮਸਟਾਂਸਿਸ ਵਿੱਚ, ਉਹਨੂੰ ਆਪਾਂ ਡੋਮੈਸਟਿਕ ਵਾਇਲੈਂਸ ਆਖੀਦਾ। ਡੋਮੈਸਟਿਕ ਵਾਇਲੈਂਸ 'ਚ ਜਦ ਹੁੰਦੀ ਹੈ, ਇਹ ਕੋਈ ਕਿਸੇ ਵੀ ਵਰਗ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ, ਚਾਹੇ ਕੋਈ ਗੋਰਾ ਹੈ, ਚਾਹੇ ਕੋਈ ਕਾਲਾ ਹੈ, ਚਾਹੇ ਕੋਈ ਅਮੀਰ ਹੈ, ਚਾਹੇ ਕੋਈ ਗਰੀਬ ਹੈ। ਦੁਨੀਆ ਦੇ ਹਰ ਕੋਨੇ 'ਚ ਡੋਮੈਸਟਿਕ ਵਾਇਲੈਂਸ ਵਾਪਰਦੀ ਹੈ। ਅਨਫੋਰਚੂਨੇਟਲੀ ਇਹਦਾ ਜਿਹੜਾ ਹੈਗਾ ਰੂਟ ਕਾਜ਼ਸ ਉਹਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਮਰਦ ਔਰ ਔਰਤ ਵਿੱਚ ਜਿਹੜੀ ਸਮਾਨਤਾ, ਇਕੁਐਲਿਟੀ ਹੈ, ਜਦੋਂ ਅੱਗੇ ਆਊਗੀ ਤਾਂ ਇਹਦਾ ਜਿਹੜਾ ਹੈਗਾ ਹੌਲੀ ਹੌਲੀ ਜਿਹੜਾ ਇਹਦਾ ਹੈਗਾ ਆਪਾਂ ਨੂੰ ਦੇਖਣ ਨੂੰ ਇਹਦਾ ਅਸਰ ਘੱਟ ਮਿਲੂਗਾ। ਕੱਲਾ ਫਿਜ਼ੀਕਲੀ ਅਬਿਊਜ਼ ਹੀ ਹੁੰਦਾ? ਕਿਸੇ ਨੂੰ ਉੱਚੀ ਬੋਲਣਾ ਡੋਮੈਸਟਿਕ ਵਾਇਲੈਂਸ ਹੋ ਸਕਦੀ ਹੈ? ਗਾਲ ਕੱਢਣਾ ਜਾਂ ਵੈਸੇ ਹੀ ਉੱਚੀ ਬੋਲਣਾ, ਦਬਕਾ ਮਾਰ? ਡੈਫੀਨੇਟਲੀ ਜੀ, ਜੇ ਤੁਸੀਂ ਉੱਚੀ ਆਵਾਜ਼ 'ਚ ਗੱਲ ਕਰਦੇ ਹੋ ਤਾਂ ਦੂਜਾ ਬੰਦਾ ਸਹਿਮ ਜਾਂਦਾ, ਡਰ ਜਾਂਦਾ, ਅਤੇ ਉਹ ਵੀ ਡੈਫੀਨੇਟਲੀ ਵਾਇਲੈਂਸ 'ਚ ਹੀ ਆਉਂਦਾ। ਇਹ ਨਹੀਂ ਜ਼ਰੂਰੀ ਵੀ ਹਸਬੈਂਡ ਨੇ ਆਪਣੇ ਵਾਈਫ ਦੇ ਮੂੰਹ 'ਤੇ ਲਫੇੜਾ ਮਾਰਨਾ ਉਹ ਨਹੀਂ ਡੋਮੈਸਟਿਕ ਵਾਇਲੈਂਸ ਆਖਦਾ। ਕੋਈ ਸਿਚੁਏਸ਼ਨ ਇਸ ਤਰ੍ਹਾਂ ਦੀ ਕ੍ਰੀਏਟ ਕਰਦੇ ਨਹੀਂ ਕਿ ਵੀ ਦੂਜੇ ਬੰਦੇ ਦਾ ਸਾਹ ਘੁੱਟਿਆ ਰਹਿਣਾ ਹਮੇਸ਼ਾ, ਅਤੇ ਉਹ ਆਪਣੇ ਆਪ ਨੂੰ ਉਹ ਸੇਫ ਨਾ ਫੀਲ ਕਰਨ, ਉਹਨੂੰ ਆਪਾਂ ਡੋਮੈਸਟਿਕ ਵਾਇਲੈਂਸ ਆਖੀਦਾ। ਪਰ ਹੁਣ ਜਿਹੜੇ ਕੇਸਿਸ ਅੱਗੇ ਆ ਰਹੇ ਜੀ, ਹੁਣ ਔਰਤਾਂ ਨੇ ਵੀ ਕਾਫੀ ਇਸ ਕੰਮ 'ਚ ਆਪਣਾ ਨਾਂ ਅੱਗੇ ਲਿਆਉਣਾ ਸ਼ੁਰੂ ਕਰ ਦਿੱਤਾ। ਔਰਤਾਂ ਦੇ ਉੱਪਰ ਵੀ ਚਾਰਜਸ ਲੱਗਣੇ ਸ਼ੁਰੂ ਹੋ ਗਏ ਆ ਕਿ ਵੀ ਉਹ ਜਦ ਬੰਦਾ ਘਰੇ ਆਉਂਦਾ ਤਾਂ ਉਹਦੀ ਕੁੱਟਮਾਰ ਕਰਦੀਆਂ, ਘਰ ਨੂੰ ਤੋੜਦੀਆਂ, ਭੰਨਦੀਆਂ, ਸਮਾਨ ਤੋੜ ਦਿੰਦੀਆਂ। ਅਤੇ ਮੇਰੇ ਕੋਲ ਕਈ ਕੇਸਿਸ ਆਏ ਆ ਜਿੱਥੇ ਮੈਨੂੰ ਔਰਤਾਂ ਦੇ ਬਚਾਅ ਪੱਖ ਲਈ ਹਾਇਰ ਕੀਤਾ ਗਿਆ, ਕਿਉਂਕਿ ਉਹਨਾਂ ਦੇ ਉੱਪਰ ਸੀਰੀਅਸ ਚਾਰਜਸ ਲੱਗੇ ਆ। ਸੋ ਚਾਹੇ ਔਰਤ ਹੈ, ਚਾਹੇ ਮਰਦ ਹੈ, ਚਾਹੇ ਕੋਈ ਸਹੁਰਾ, ਕੋਈ ਸੱਸ ਹੈ, ਸਾਰਿਆਂ ਨੂੰ ਰਲ ਕੇ ਇਸ ਬਾਬਤ ਆਪਾਂ ਨੂੰ ਗੱਲਬਾਤ ਕਰਨੀ ਪੈਣੀ ਹੈ ਕਿ ਵੀ ਇਹ ਇੱਕ ਬਹੁਤ ਸੰਗੀਨ ਮੁੱਦਾ ਹੈ। ਡੋਮੈਸਟਿਕ ਵਾਇਲੈਂਸ ਜਿੱਥੇ ਭਾਵਨਾਵਾਂ ਇਨਵੋਲਵ ਹੋ ਜਾਂਦੀਆਂ, ਉੱਥੇ ਕਤਲ ਹੋ ਜਾਂਦੇ, ਆਪਾਂ ਨੂੰ ਪਤਾ ਹੀ ਹੈ। ਸੋ ਇਹਦੇ ਉੱਪਰ ਸਾਰੀ ਕਮਿਊਨਿਟੀ ਨੂੰ ਰਲ ਕੇ ਕੰਮ ਕਰਨ ਦੀ ਬਹੁਤ ਸਖਤ ਲੋੜ ਹੈ। ਬ੍ਰਿਜਮੋਹਨ ਜੀ, ਇਹ ਗੱਲ ਨੂੰ ਮਤਲਬ ਕੋਈ ਬੰਦਾ ਕਹਿੰਦਾ ਵੀ ਵੈਸੇ ਹੀ ਕਹਿ ਦੇ ਜਾ ਕੇ ਮੈਨੂੰ ਇਹਨੇ ਉੱਚਾ ਬੋਲਿਆ, ਚਾਹੇ ਘਰ ਵਾਲੇ ਨੇ ਜਾਂ ਘਰ ਵਾਲੇ ਨੇ ਵੀ ਉਹਦੇ 'ਚ ਕਹਿਣਾ ਹੀ ਹੋਵੇ ਡੋਮੈਸਟਿਕ, ਇਹਨੂੰ ਸਿੱਧ ਕਿੱਦਾਂ ਕੀਤਾ ਜਾਂਦਾ ਵੀ ਇਹ ਡੋਮੈਸਟਿਕ ਵਾਇਲੈਂਸ ਸੀਗੀ ਜਾਂ ਵਾਕਈ ਇਹ ਜ਼ਿੰਮੇਵਾਰ ਸੀ ਇਹਦੇ ਲਈ? ਕੀ ਇੱਦਾਂ ਨਹੀਂ ਹੁੰਦਾ ਬਹੁਤੀ ਵਾਰੀ ਗਲਤ ਇਲਜ਼ਾਮ ਲਾ ਦਿੱਤੇ ਜਾਂਦੇ? ਹਾਂਜੀ, ਅਨਫੋਰਚੂਨੇਟਲੀ ਉਹ ਵੀ ਹੁੰਦਾ, ਪਰ ਆਮ ਤੌਰ 'ਤੇ ਜਦ ਸਾਡੇ ਕੋਲ ਲੋਕ ਆਉਂਦੇ ਆ, ਉਹ ਕਹਿੰਦੇ ਆ ਕਿ ਵੀ ਔਰਤ ਕਿਵੇਂ ਇਹ ਜੱਜ ਨੂੰ ਵਿਸ਼ਵਾਸ ਦਿਵਾਊਗੀ ਕਿ ਵੀ ਉਹਦੇ ਨਾਲ ਧੱਕੇਸ਼ਾਹੀ ਹੋਈ ਹੈ। ਜੇ ਤੁਸੀਂ ਮੈਨੂੰ ਸੱਚ ਪੁੱਛੋ ਤਾਂ ਇਹ ਜਿਹੜੀ ਵਾਇਲੈਂਸ ਹੈ, ਇਹਦੇ ਲਈ ਜੇ ਔਰਤ ਕੋਰਟ 'ਚ ਆ ਕੇ ਕਟਹਿਰੇ 'ਚ ਖੜ੍ਹ ਕੇ ਕਹਿੰਦੀ ਹੈ ਕਿ ਜੀ ਇਸ ਬੰਦੇ ਨੇ ਇਸ ਵੇਲੇ ਇਸ ਜਗ੍ਹਾ 'ਤੇ ਇਸ ਸਰਕਮਸਟਾਂਸਿਸ 'ਚ ਮੇਰੇ ਨਾਲ ਧੱਕੇਸ਼ਾਹੀ ਕੀਤੀ, ਮੈਨੂੰ ਕੁੱਟਿਆ ਮਾਰਿਆ, ਮੇਰਾ ਬਲਾਤਕਾਰ ਕੀਤਾ, ਅਤੇ ਜੇ ਜੱਜ ਉਹਦੀ ਗੱਲਾਂ ਬਾਤਾਂ 'ਤੇ ਵਿਸ਼ਵਾਸ ਕਰਦਾ ਤਾਂ ਉਹਦੇ ਜਿਹੜੇ ਮੂੰਹ 'ਚੋਂ ਬੋਲੇ ਸ਼ਬਦ ਹੈ ਉਹੀ ਸਬੂਤ ਦਾ ਜਿਹੜਾ ਰੂਪ ਗ੍ਰਹਿਣ ਕਰ ਲੈਂਦੇ ਆ। ਸੋ ਇਹ ਜ਼ਰੂਰੀ ਨਹੀਂ ਕਿ ਵੀ ਉਹਦੇ ਮੂੰਹ 'ਤੇ ਲਫੇੜਿਆਂ ਦੇ ਨਿਸ਼ਾਨ ਹੋਣੇ ਚਾਹੀਦੇ ਆ, ਜਾਂ ਉਹਦਾ ਕੋਈ ਹੋਰ ਸਬੂਤ ਚਾਹੀਦਾ। ਤੁਹਾਡੇ ਜਿਹੜੇ ਬੋਲੇ ਸ਼ਬਦ ਆ, ਅਗਰ ਉਹਨਾਂ 'ਤੇ ਵਿਸ਼ਵਾਸ ਕੀਤਾ ਜਾਵੇ ਤਾਂ ਉਹੀ ਐਵੀਡੈਂਸ ਬਣ ਜਾਂਦਾ ਜੀ। ਇਹੀ ਚੀਜ਼ ਆਦਮੀ ਲਈ ਵੀ ਹੁੰਦੀ ਹੈ ਕਿ ਜੇ ਕੋਈ ਮੇਲ ਜਾ ਕੇ ਕਹਿ ਦੇਵੇ ਕਿ ਮੇਰੀ ਵਾਈਫ ਨੇ ਮੈਨੂੰ ਝਿੜਕਿਆ ਜਾਂ ਮੇਰੇ ਥੱਪੜ ਮਾਰਿਆ, ਉਹਦੇ ਸ਼ਬਦਾਂ ਨੂੰ ਵੀ ਉੱਦਾਂ ਹੀ ਮੰਨਿਆ ਜਾਊਗਾ? ਜਿੱਥੇ ਗੱਲ ਬਾਤ ਝਿੜਕਣ ਦੀ ਹੈ,
ਜੇ ਤਾਂ ਤੁਸੀਂ ਕਿਸੇ ਆਪਣੇ ਬੱਚੇ ਨੂੰ ਡਿਸਪਲਿਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਉਹ ਡੋਮੈਸਟਿਕ ਵਾਇਲੈਂਸ ਨਹੀਂ ਹੋਊਗੀ। ਪਰ ਜੇ ਤੁਸੀਂ ਬੱਚੇ ਦੇ ਮੂੰਹ ਤੇ ਥੱਪੜ ਮਾਰਦੇ ਹੋ ਜਾਂ ਆਪਣੀ ਵਾਈਫ ਨੂੰ ਕੁੱਟਦੇ ਮਾਰਦੇ ਹੋ, ਉਹ ਸਾਰਾ ਕੁਝ ਡੋਮੈਸਟਿਕ ਵਾਇਲੈਂਸ 'ਚ ਆਊਗਾ। ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵੀ ਅੱਜ ਕੱਲ੍ਹ ਔਰਤਾਂ ਨੇ ਵੀ ਜਦ ਦੀ ਬਾਗਡੋਰ ਬਾਹਲੀ ਸੰਭਾਲੀ ਹੈ, ਉਹਨਾਂ ਨਾਲ ਮਰਦ ਵੀ ਬਹੁਤ ਦੁਖੀ ਹੈ, ਕਿਉਂਕਿ ਜਦੋਂ ਘਰੇ ਵੜਦੇ ਆ ਤਾਂ ਉਹਨਾਂ ਨਾਲ ਵੀ ਇਸ ਤਰ੍ਹਾਂ ਦਾ ਵਿਵਹਾਰ ਹੁੰਦਾ। ਸੋ ਕਿਸੇ ਵੀ ਤਰ੍ਹਾਂ ਦਾ ਜਿਹੜਾ ਡੋਮੈਸਟਿਕ ਵਾਇਲੈਂਸ ਆ, ਉਹਨੂੰ ਆਪਾਂ ਨੂੰ ਰੱਜ ਕੇ ਕੰਡੈਮ ਕਰਨਾ ਚਾਹੀਦਾ। ਇਹਨੂੰ ਥੋੜ੍ਹਾ ਜਿਹਾ ਸਪਸ਼ਟ ਕਰਿਓ। ਜਿੱਦਾਂ ਤੁਸੀਂ ਦੱਸਿਆ ਕਿ ਔਰਤ ਜਾ ਕੇ ਕਹਿ ਦੇਵੇ ਕਿ ਮੇਰੇ ਨਾਲ ਡੋਮੈਸਟਿਕ ਵਾਇਲੈਂਸ ਹੋਈ ਹੈ ਜਾਂ ਇਸ ਵਿਅਕਤੀ ਨੇ ਮੇਰੇ ਨਾਲ ਧੱਕਾ ਕੀਤਾ, ਉਹਦੇ ਸ਼ਬਦਾਂ ਨੂੰ ਸਬੂਤ ਮੰਨ ਲਿਆ ਜਾਂਦਾ। ਜੇ ਮਰਦ ਇਹੀ ਗੱਲ ਅਦਾਲਤ ਦੇ ਵਿੱਚ ਜਾ ਕੇ ਕਹਿ ਦੇਵੇ ਕਿ ਉਹਦੇ ਸ਼ਬਦਾਂ ਨੂੰ ਵੀ ਸਬੂਤ ਮੰਨਿਆ ਜਾਂਦਾ? ਹਾਂਜੀ, ਮੰਨਿਆ ਜਾਣਾ ਚਾਹੀਦਾ, ਪਰ ਆਮ ਤੌਰ 'ਤੇ ਆਪਾਂ ਨੂੰ ਪਤਾ ਹੈ ਵੀ ਮਰਦ ਔਰਤ ਨਾਲੋਂ ਤਕੜੇ ਹੁੰਦੇ ਆ ਮੋਸਟ ਆਫ ਦਾ ਟਾਈਮਸ। ਹਾਂਜੀ, ਪਰ ਅੱਜ ਕੱਲ੍ਹ ਔਰਤਾਂ ਵੀ ਕਾਫੀ ਅਗਰੈਸਿਵ ਹੈ, ਬਹੁਤ ਜ਼ਿਆਦਾ ਅਗਰੈਸਿਵ ਹੈ। ਬੰਦੇ ਜਾ ਕੇ ਕੰਪਲੇਂਟ ਕਰਾਉਣ ਦੀ ਕੋਸ਼ਿਸ਼ ਕਰਦੇ ਆ, ਮੋਸਟ ਆਫ ਦਾ ਟਾਈਮ ਪੁਲਿਸ ਵਾਲੇ ਉਹਨਾਂ ਦੀ ਜਿਹੜੀ ਹੈ ਕੰਪਲੇਂਟ ਨੂੰ ਸੀਰੀਅਸਲੀ ਨਹੀਂ ਲੈਂਦੇ। ਪਰ ਮੈਂ ਹੁਣੀ ਇੱਕ ਕੋਰਟ 'ਚ ਕੇਸ ਜਿੱਤਿਆ ਜੀ, ਜਿੱਥੇ ਇੱਕ ਘਰ ਦੇ ਅੰਦਰ ਵੀਡੀਓ ਸੀਗੀ, ਅਤੇ ਉਸ ਵੀਡੀਓ ਵਿੱਚ ਸ਼ਰੇਆਮ ਕੈਪਚਰ ਸੀਗਾ ਕਿ ਵੀ ਔਰਤ ਆਈ, ਔਰਤ ਨੇ ਆ ਕੇ ਬੰਦੇ ਨੂੰ ਧੱਕਾ ਦਿੱਤਾ। ਧੱਕਾ ਦੇਣ ਤੋਂ ਬਾਅਦ ਬੰਦੇ ਨੇ ਇੱਕ ਲਫੇੜਾ ਮਾਰਿਆ, ਔਰਤ ਜ਼ਮੀਨ 'ਤੇ ਗਿਰ ਪਈ। ਤਾਂ ਬੰਦੇ ਦੇ ਉੱਪਰ ਚਾਰਜਸ ਲੱਗ ਗਏ, ਉਹਦੇ ਬੱਚਿਆਂ ਦੇ ਸਾਹਮਣੇ ਉਹਨੂੰ ਹੱਥਕੜੀਆਂ ਲਿਜਾ ਕੇ ਲਾ ਕੇ ਉਹਨੂੰ ਹਿਰਾਸਤ ਵਿੱਚ ਲਿੱਤਾ ਗਿਆ। ਇਹ ਇੱਕ ਮਾਮਲਾ ਆਲਮੋਸਟ ਮੇਰੇ ਖਿਆਲ 2-3 ਦਿਨ ਕੋਰਟ 'ਚ ਚੱਲਿਆ, ਅਤੇ ਜੱਜ ਨੇ ਉਹ ਸਾਰੀ ਵੀਡੀਓ ਵਗੈਰਾ ਦੇਖੀ। ਤਾਂ ਉਸ ਤੋਂ ਬਾਅਦ ਜੱਜ ਇਸ ਨਤੀਜੇ 'ਤੇ ਪਹੁੰਚੇ ਕਿ ਵੀ ਜਦੋਂ ਉਹਨੇ ਔਰਤ ਨੇ ਉਹਨੂੰ ਧੱਕਾ ਮਾਰਿਆ ਤਾਂ ਉਹ ਉਸ ਵੇਲੇ ਆਪਣੇ ਹਸਬੈਂਡ ਨੂੰ ਇਨਵਾਈਟ ਕਰ ਰਹੀ ਸੀ ਵੀ ਤੂੰ ਮੇਰੇ ਨਾਲ ਫਾਈਟ ਕਰ। ਸੋ ਉਸ ਕੇਸ ਵਿੱਚ ਉਹ ਬੰਦਾ ਬਾਇਜ਼ਤ ਬਰੀ ਹੋ ਗਿਆ। ਸੋ ਇਟ ਡਿਪੈਂਡਸ ਔਨ ਦਾ ਸੈਟ ਆਫ ਫੈਕਟਸ ਵੀ ਹੋਇਆ ਕੀ ਸੀ, ਵਾਪਰਿਆ ਕੀ ਸੀ, ਅਤੇ ਬੰਦਿਆਂ ਦੀ ਗਵਾਹੀ ਦੇ ਉੱਪਰ ਵੀ ਉਹ ਕੀ ਕਹਿੰਦੇ ਆ, ਜੋ ਕਹਿੰਦੇ ਆ ਉਸ ਗੱਲ 'ਤੇ ਵਿਸ਼ਵਾਸ ਕੀਤਾ ਜਾ ਸਕਦਾ। ਉਹਦਾ ਕੋਈ ਤੁੱਕ ਵੀ ਬਣਦਾ ਜਾਂ ਉਸ ਗੱਲ 'ਤੇ ਨਹੀਂ ਵਿਸ਼ਵਾਸ ਕੀਤਾ ਜਾ ਸਕਦਾ। ਜੇ ਜੱਜ ਪਤੀ ਦੇ ਉੱਪਰ ਵਿਸ਼ਵਾਸ ਕਰਦਾ ਤਾਂ ਪਤਨੀ ਨੇ ਜਿਹੜੇ ਚਾਰਜਸ ਲਵਾਏ ਹੁੰਦੇ ਉਹ ਡਿਸਮਿਸ ਕਰ ਦਿੱਤੇ ਜਾਂਦੇ ਜੀ। ਤੁਹਾਡੇ ਕੋਲ ਹਰ ਤਰ੍ਹਾਂ ਦੇ ਕੇਸ ਆਉਂਦੇ ਆ, ਇਹ ਕੇਸ ਹੁਣ ਕਿੰਨੇ ਕੁ ਆਉਂਦੇ ਆ ਵੀ ਮਰਦ ਦੇ ਉੱਤੇ ਔਰਤ ਨੇ ਜਿਹੜਾ ਜ਼ੁਲਮ ਕੀਤਾ ਜਾਂ ਡੋਮੈਸਟਿਕ ਵਾਇਲੈਂਸ ਦਾ ਮਰਦ ਸ਼ਿਕਾਰ ਹੋਇਆ, ਇਹ ਕੇਸ ਕਿੰਨੇ ਕੁ ਨੇ? ਬਹੁਤੇ ਨਹੀਂ ਹੈ। ਚੰਗੀ ਗੱਲ ਇਹ ਹੈ ਕਿ ਵੀ ਇੰਨੀ ਵੱਡੀ ਮਾਤਰਾ 'ਚ ਨਹੀਂ ਹੈ, ਪਰ ਆਉਣੇ ਸ਼ੁਰੂ ਹੋ ਗਏ ਹੈ ਜੀ, ਜਿੱਥੇ ਵੀ ਲੇਡੀਜ਼ ਨੂੰ ਗ੍ਰਿਫਤਾਰ ਕਰਕੇ ਲਿਜਾਇਆ ਗਿਆ ਕਿ ਵੀ ਉਹਨੇ ਆਪਣੇ ਹਸਬੈਂਡ ਜਾਂ ਆਪਣੇ ਸੱਸ ਸਹੁਰਾ ਦੇ ਉੱਪਰ ਹੱਥ ਚੱਕਿਆ। ਪਰ ਜੇ ਇਹਨਾਂ ਕੇਸਿਸ ਦੀ ਇੱਥੇ ਰੋਕਥਾਮ ਹੋ ਜਾਵੇ ਤਾਂ ਮੇਰੇ ਖਿਆਲ ਬਹੁਤ ਵਧੀਆ ਹੋਊਗਾ ਜੀ। ਇਹਦੇ ਲਈ ਕੋਈ ਸਪੈਸ਼ਲ ਕੋਰਟਸ ਹੁੰਦੀਆਂ ਡੋਮੈਸਟਿਕ ਵਾਇਲੈਂਸ ਲਈ, ਜਾਂ ਦੂਜੀਆਂ ਅਦਾਲਤਾਂ ਦੇ ਵਿੱਚ ਹੀ ਜਾਂਦੇ ਆ? ਅਤੇ ਫਿਰ ਅਦਾਲਤ ਕਰਦੀ ਕੀ ਹੈ ਵੀ ਉਹ ਕਾਉਂਸਲਿੰਗ ਕਰਨ ਲਈ ਭੇਜ ਦਿੰਦੀ, ਜਾਂ ਸੱਚਮੁੱਚ ਕੋਈ ਜੇ ਔਰਤ ਨੂੰ ਮਤਲਬ ਮਾਰ ਕੁੱਟ ਹੋ ਰਹੀ ਹੈ ਵੀ ਕੋਈ ਸੀਰੀਅਸ ਐਕਸ਼ਨ ਹੁੰਦਾ ਇੱਥੇ? ਆਮ ਤੌਰ 'ਤੇ ਜੀ ਕੋਰਟ ਕਚਹਿਰੀਆਂ ਦਾ ਜਿਹੜਾ ਵੀ ਆਪਣਾ ਨਿਆਂ ਪ੍ਰਣਾਲੀ ਹੈ, ਚਾਹੇ ਮੇਰੇ ਵਰਗੇ ਬਚਾਅ ਪੱਖ ਦੇ ਵਕੀਲ ਹੈ, ਚਾਹੇ ਪ੍ਰੋਸੀਕਿਊਟਰ ਹੈ, ਸਾਰੇ ਸਿਸਟਮ ਦਾ ਪੂਰਾ ਜ਼ੋਰ ਲੱਗਿਆ ਹੁੰਦਾ ਕਿ ਵੀ ਲੋਕਾਂ ਦੀਆਂ ਜ਼ਿੰਦਗੀਆਂ ਉਹਨਾਂ ਦੀਆਂ ਜਿਹੜੀਆਂ ਘਰੇਲੂ ਜ਼ਿੰਦਗੀਆਂ ਉਹ ਬਰਬਾਦ ਨਾ ਹੋਣ, ਉਹਨਾਂ ਦੇ ਪਰਿਵਾਰ ਸੈਪਰੇਟ ਨਾ ਹੋਣ। ਕੋਈ ਵੀ ਨਹੀਂ ਚਾਹੁੰਦਾ ਕਿ ਵੀ ਕੋਈ ਆਪਣੇ ਜਿਹੜੇ ਬੱਚੇ ਆ ਉਹ ਆਪਣੇ ਮਾਂ ਜਾਂ ਪਿਓ ਦੇ ਬਗੈਰ ਉਹਨਾਂ ਦਾ ਬਚਪਨ ਹੰਢਾਇਆ ਜਾਵੇ। ਸੋ ਸਾਰੇ ਸਿਸਟਮ ਦਾ ਜ਼ੋਰ ਲੱਗਿਆ ਹੁੰਦਾ ਕਿ ਵੀ ਜਿਹੜੀ ਗੱਲਬਾਤ ਕਰਕੇ ਇਹਨਾਂ 'ਚ ਆਪਸ 'ਚ ਪ੍ਰੋਬਲਮ ਆਈ ਆ ਉਹਨੂੰ ਐਡਰੈਸ ਕੀਤਾ ਜਾਵੇ। ਤਾਂ ਮੋਸਟ ਆਫ ਦਾ ਟਾਈਮ ਜਿਹੜੀ ਕਾਉਂਸਲਿੰਗ ਹੈ ਉਹ ਲੋਕਾਂ ਨੂੰ ਕਾਫੀ ਹੈਲਪ ਕਰਦੀ ਹੈ। ਕਾਉਂਸਲਿੰਗ ਲੋਕਾਂ ਨੂੰ ਸਿਖਾਉਂਦੀ ਹੈ ਕਿ ਵੀ ਤੁਸੀਂ ਇੱਕ ਦੂਜੇ ਦਾ ਕਿਵੇਂ ਸਤਿਕਾਰ ਕਰਨਾ ਆਪਣੇ ਰਿਲੇਸ਼ਨਸ਼ਿਪ 'ਚ। ਚਾਹੇ ਹਸਬੈਂਡ ਮੇਨ ਬ੍ਰੈਡ ਵਿਨਰ ਆ, ਉਹਨੂੰ ਸਮਝਾਇਆ ਜਾਂਦਾ ਕਿ ਵੀ ਚਾਹੇ ਤੂੰ ਸਾਰੀ ਕਮਾਈ ਕਰਕੇ ਘਰੇ ਲਿਆਉਣਾ, ਤੂੰ ਸਾਰੀ ਫੈਮਿਲੀ ਦੀ ਟੇਕ ਕੇਅਰ ਕਰਦਾ, ਪਰ ਤੂੰ ਕਿਸੇ ਵੀ ਹਾਲਤ 'ਚ ਆਪਣੀ ਵਾਈਫ ਦੇ ਉੱਪਰ ਹੱਥ ਨਹੀਂ ਚੱਕ ਸਕਦਾ। ਸੇਮ ਤਰੀਕੇ ਨਾਲ ਜਿਹੜੇ ਐਂਗਰ ਮੈਨੇਜਮੈਂਟ ਕੋਰਸਿਸ ਹਨ ਜੀ, ਜਾਂ ਜਿਹੜੇ ਐਲਕੋਹਲ ਅਨੋਨਮਸ ਕੋਰਸਿਸ ਆ, ਉਹਨਾਂ ਵਿੱਚ ਲੋਕਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਕਿ ਵੀ ਸ਼ਰਾਬ ਪੀਣ ਨਾਲ ਕਿਵੇਂ ਪਰਿਵਾਰ ਤਬਾਹ ਹੋ ਜਾਂਦੇ ਆ, ਜਾਂ 1 ਮਿੰਟ ਦਾ ਜਿਹੜਾ ਗੁੱਸਾ ਤੁਹਾਡੀ ਜ਼ਿੰਦਗੀ ਤਬਾਹ ਕਰ ਸਕਦਾ। ਸੋ ਜਦ ਲੋਕਾਂ ਨੂੰ ਕਲਾਸਰੂਮ ਸੈਟਿੰਗ ਵਿੱਚ ਇਹੋ ਜਿਹੀ ਕਾਉਂਸਲਿੰਗ ਦਿੱਤੀ ਜਾਂਦੀ ਹੈ ਤਾਂ ਮੈਨੂੰ ਉਹ ਆਪ ਆ ਕੇ ਦੱਸਦੇ ਆ ਕਿ ਵੀ ਹੁਣ ਉਹ ਡਿਫਰੈਂਟ ਇਨਸਾਨ ਬਣ ਗਏ ਆ। ਅਤੇ ਇਹ ਤਾਂ ਆਪਣਾ ਜਿਹੜਾ ਕੈਨੇਡਾ ਕੰਟਰੀ ਹੈ ਜੀ, ਇਹ ਹੈ ਹੀ ਬਿਲਟ ਔਨ ਸੈਕਿੰਡ ਚਾਂਸ ਹੈ। ਹਰ ਇੱਕ ਬੰਦੇ ਨੂੰ ਸੈਕਿੰਡ ਚਾਂਸ ਦਿੱਤਾ ਜਾਂਦਾ। ਜੇ ਕੋਈ ਬੰਦਾ ਆਪਣੇ ਆਪ ਨੂੰ ਬਦਲਣਾ ਚਾਹਵੇ ਅਤੇ ਵਧੀਆ ਨਾਗਰਿਕ ਬਣਨਾ ਚਾਹਵੇ, ਇੱਥੇ ਓਪਰਚੁਨਿਟੀ ਹੈ, ਬੰਦਾ ਤਿਆਰ ਹੋਣਾ ਚਾਹੀਦਾ। ਜੇ ਕੋਈ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਆ, ਬਹੁਤੀਆਂ ਔਰਤਾਂ ਇਸ ਕਰਕੇ ਉਹਦੀ ਸ਼ਿਕਾਇਤ ਨਹੀਂ ਕਰਦੀਆਂ, ਕਹਿੰਦੇ ਵਕੀਲ ਪੈਸੇ ਬਹੁਤ ਲੈਂਦੇ, ਵਕੀਲ ਮਹਿੰਗੇ ਬਹੁਤ ਆ। ਕੀ ਸੱਚਮੁੱਚ ਉਹਨੂੰ ਮਹਿੰਗਾ ਵਕੀਲ ਕਰਨਾ ਪੈਂਦਾ, ਜਾਂ ਸਰਕਾਰ ਉਹਦੀ ਕੁਛ ਸਹਾਇਤਾ ਕਰਦੀ ਹੈ? ਉਹ ਕਰੇ ਕੀ ਜੇ ਇਹਦੇ ਉੱਤੇ ਡੋਮੈਸਟਿਕ ਵਾਇਲੈਂਸ ਹੋ ਰਹੀ ਹੈ? ਡੈਫੀਨੇਟਲੀ ਜੀ, ਸਾਰਿਆਂ ਨਾਲ ਪਹਿਲੀ ਗੱਲ ਤਾਂ ਇਹ ਹੈ ਵੀ
ਤੁਸੀਂ ਮੇਕ ਸ਼ੋਰ ਕਰਨਾ ਕਿ ਵੀ ਤੁਸੀਂ ਆਪਣੇ ਵੱਲੋਂ ਕਿਸੇ ਨਾਲ ਕੋਈ ਧੱਕੇਸ਼ਾਹੀ ਨਹੀਂ ਕਰਨੀ। ਜੇ ਤੁਹਾਡੇ ਨਾਲ ਕੋਈ ਧੱਕੇਸ਼ਾਹੀ ਸੰਦਾ ਤਾਂ ਕਰਦਾ ਤਾਂ ਤੁਹਾਨੂੰ ਬਿਲਕੁਲ ਨਹੀਂ ਸਹਿਣੀ ਚਾਹੀਦੀ, ਚਾਹੇ ਉਹ ਤੁਹਾਡਾ ਆਪਣਾ ਹਸਬੈਂਡ ਹੈ, ਚਾਹੇ ਤੁਹਾਡੇ ਆਪਣੇ ਸੱਸ ਸਹੁਰਾ ਹੈ, ਜਾਂ ਕੋਈ ਵੀ ਹੈਗਾ। ਜੇ ਤੁਹਾਡੇ ਨਾਲ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਦੁਰਵਿਵਹਾਰ ਕੀਤਾ ਜਾਂਦਾ ਤਾਂ ਤੁਹਾਨੂੰ ਡੈਫੀਨੇਟਲੀ 911 ਨੂੰ ਕਾਲ ਕਰਨੀ ਚਾਹੀਦੀ ਹੈ। ਜੇ ਤੁਹਾਡੇ ਕੋਲ ਤੁਹਾਡੇ ਦਿਮਾਗ 'ਚ ਡਰ ਹੈ ਕਿ ਵੀ ਜੇ ਤੁਹਾਨੂੰ ਘਰ 'ਚੋਂ ਕੱਢ ਦਿੱਤਾ ਗਿਆ ਤੁਸੀਂ ਕਿੱਥੇ ਰਹੋਗੇ, ਤਾਂ ਤੁਹਾਡੇ ਲਈ ਐਮਰਜੈਂਸੀ ਸ਼ੈਲਟਰਸ ਦਾ ਗੌਰਮੈਂਟ ਵੱਲੋਂ ਪ੍ਰਬੰਧ ਕੀਤਾ ਜਾਂਦਾ ਹੈ। ਤੁਹਾਡਾ ਜਿਹੜਾ ਮੈਡੀਕਲ ਟਰੀਟਮੈਂਟ ਆ ਉਹ ਕਰਵਾਇਆ ਜਾਂਦਾ ਹੈ। ਤੁਹਾਡੀ ਸੇਫਟੀ ਦਾ ਪ੍ਰਮੁੱਖ ਖਿਆਲ ਰੱਖਿਆ ਜਾਂਦਾ। ਸੋ ਇਸ ਕੰਟਰੀ ਵਿੱਚ ਤੁਹਾਨੂੰ ਬਿਲਕੁਲ ਵੀ ਕਿਸੇ ਤੋਂ ਦੱਬ ਕੇ, ਕਿਸੇ ਦੇ ਧਮਕੀ ਥੱਲੇ ਆ ਕੇ ਜਾਂ ਮਾਰਕੀਟ ਦਾ ਸ਼ਿਕਾਰ ਹੋਣ ਦੀ ਬਿਲਕੁਲ ਲੋੜ ਨਹੀਂ ਜੀ। ਜੇ ਮਤਲਬ ਕਰਦੀ ਕੀ ਹੈ ਪੁਲਿਸ ਅਲਟੀਮੇਟਲੀ? ਮੰਨ ਲਓ ਇੱਕ ਔਰਤ ਦੇ ਉੱਤੇ ਘਰ ਵਾਲਾ ਸ਼ਰਾਬ ਪੀ ਕੇ ਕੁੱਟਣ ਲੱਗ ਪਿਆ, ਉਹਨੇ 911 ਫੋਨ ਕਰ ਦਿੱਤਾ, ਕੀ ਹੋਊਗਾ? ਉਸ ਤੋਂ ਬਾਅਦ ਪੁਲਿਸ ਆ ਕੇ ਉਹਨੂੰ ਲੈ ਜਾਊਗੀ, ਦੂਜੇ ਦਿਨ ਛੱਡ ਦੇਊਗੀ, ਔਰਤ ਨੂੰ ਘਰੋਂ ਲੈ ਜਾਊਗੀ, ਇੱਕ ਵਾਰੀ ਸਮਝਾਊਗੀ, ਆਮ ਤੌਰ ਤੇ ਹੁੰਦਾ ਕੀ ਹੈ? ਜਦ ਪੁਲਿਸ ਵਾਲੇ ਆਉਂਦੇ ਆ ਤੇ ਆਮ ਤੌਰ ਤੇ ਆ ਕੇ ਉਹ ਵਿਕਟਮ ਨਾਲ ਗੱਲਬਾਤ ਕਰਦੇ ਆ, ਪੁੱਛਣ ਦੀ ਕੋਸ਼ਿਸ਼ ਕਰਦੇ ਵੀ ਹੋਇਆ ਕੀ ਹੈ ਨਾ। ਤੇ ਮੋਸਟ ਆਫ ਦਾ ਟਾਈਮ ਹੁਣ ਜਿਹੜਾ ਲੇਟੈਸਟ ਮੈਂ ਦੇਖ ਰਿਹਾ ਕੋਰਟ ਕਚਹਿਰੀਆਂ ਵਿੱਚ ਜਿਹੜੇ ਕੇਸਿਸ ਆ ਰਹੇ ਆ, ਆਮ ਤੌਰ ਤੇ ਹਸਬੈਂਡ ਨੂੰ ਹੱਥਕੜੀ ਲਈ ਲਾ ਕੇ ਇਮੀਡੀਏਟਲੀ ਉਹਨੂੰ ਬਾਹਰ ਜਿਹੜਾ ਪੁਲਿਸ ਦਾ ਕਰੂਜ਼ਰ ਕਾਰ ਹੁੰਦੀ ਹੈ ਜਾਂ ਪੁਲਿਸ ਵਹੀਕਲ ਉਹ 'ਚ ਬਿਠਾ ਲਿਆ ਜਾਂਦਾ। ਉਸ ਤੋਂ ਬਾਅਦ ਉਹਨੂੰ ਪੁਲਿਸ ਸਟੇਸ਼ਨ ਲਿਆਇਆ ਜਾਂਦਾ। ਉੱਥੇ ਜਾ ਕੇ ਉਹਨੂੰ ਜੇ ਸ਼ਰਾਬ ਪੀਤੀ ਹੋਈ ਹੈ ਤਦ ਤਾਈਂ ਉਹਨੂੰ ਛੱਡਦੇ ਨਹੀਂ, ਜਦ ਤਾਈਂ ਉਹਦੀ ਸ਼ਰਾਬ ਉਤਰੇ ਨਾ, ਜਦ ਤਾਈਂ ਉਹ ਸੋਬਰ ਨਾ ਹੋਵੇ। ਉਸ ਤੋਂ ਬਾਅਦ ਉਹਨੂੰ ਉਹਦਾ ਪਿਛੋਕੜ ਦੇਖਿਆ ਜਾਂਦਾ ਕਿ ਵੀ ਇਹਨੇ ਪਹਿਲਾਂ ਇਸ ਤਰ੍ਹਾਂ ਦਾ ਕੀਤਾ ਜਾਂ ਨਹੀਂ ਕੀਤਾ। ਅਤੇ ਜੇ ਉਹਦਾ ਪਿਛੋਕੜ ਮਾੜਾ ਹੋਵੇ ਜਾਂ ਉਹਨੇ ਕੋਈ ਕੋਰਟ ਡੇਟ ਵਗੈਰਾ ਮਿਸ ਕੀਤੀ ਹੋਵੇ ਜਾਂ ਪਹਿਲਾਂ ਵੀ ਉਹਨੇ ਮਾਰਕੁੱਟ ਕੀਤੀ ਹੋਵੇ ਤਾਂ ਉਹਦੀ ਜਿਹੜੀ ਬੇਲ ਹੈ ਆਲਮੋਸਟ ਜੱਜ ਦੇ ਸਾਹਮਣੇ ਹੁੰਦੀ ਹੈ। ਪਰ ਜੇ ਪੁਲਿਸ ਵਾਲੇ ਚਾਹਣ ਤਾਂ ਉਹਨੂੰ ਪੁਲਿਸ ਸਟੇਸ਼ਨ ਤੋਂ ਹੀ ਛੱਡ ਸਕਦੇ ਆ ਨਵੀਂ ਕੋਰਟ ਡੇਟ ਦੇ ਕੇ। ਸੋ ਔਰਤ ਨੂੰ ਪੁੱਛਿਆ ਜਾਂਦਾ ਵੀ ਤੂੰ ਇਸ ਘਰ 'ਚ ਰਹਿਣਾ ਚਾਹੇਂਗੀ ਜਾਂ ਤੂੰ ਸੇਫ ਮਹਿਸੂਸ ਕਰਦੀ ਹੈ। ਜੇ ਔਰਤ ਕਵੇ ਜੀ ਵੀ ਨਹੀਂ ਮੈਂ ਸੇਫ ਨਹੀਂ ਮਹਿਸੂਸ ਕਰਦੀ ਤਾਂ ਉਸੇ ਵੇਲੇ ਉਸ ਨੂੰ ਅਤੇ ਉਹਦੇ ਬੱਚਿਆਂ ਨੂੰ ਜਿਹੜੇ ਗੌਰਮੈਂਟ ਦੇ ਐਮਰਜੈਂਸੀ ਸ਼ੈਲਟਰਸ ਹੈ ਉੱਥੇ ਟਰਾਂਸਫਰ ਕਰ ਦਿੱਤਾ ਜਾਂਦਾ ਤਾਂ ਕਿ ਉਹਨਾਂ ਦੀ ਸੇਫਟੀ ਨੂੰ ਪ੍ਰਮੁੱਖ ਤਰੀਕੇ ਨਾਲ ਗੌਰਿਆ ਜਾਵੇ। ਅਤੇ ਜੇ ਔਰਤ ਕਹਿੰਦੀ ਹੈ ਵੀ ਨਹੀਂ ਮੈਂ ਇਸ ਘਰ 'ਚ ਹੀ ਰਹਿਣਾ ਚਾਹੁੰਦੀ ਹਾਂ, ਮੇਰੇ ਬੱਚੇ ਮੈਂ ਨਹੀਂ ਚਾਹੁੰਦੀ ਵੀ ਇਹਨਾਂ ਨੂੰ ਡਿਸਰਪਟ ਕੀਤਾ ਜਾਵੇ, ਅਤੇ ਫਿਰ ਹਸਬੈਂਡ ਨੂੰ ਘਰ 'ਚ ਨਾ ਆਉਣ ਦੀ ਇਜਾਜ਼ਤ ਹੁੰਦੀ ਹੈ। ਉਹਦੇ 'ਤੇ ਕੰਡੀਸ਼ਨਾਂ ਲਾ ਦਿੱਤੀਆਂ ਜਾਂਦੀਆਂ ਵੀ ਉਹ ਘਰ 'ਚ ਨਹੀਂ ਆ ਸਕਦਾ ਜਾਂ 300 ਮੀਟਰ ਜਾਂ 100 ਮੀਟਰ ਦੀ ਜਿਹੜੀ ਸਰਕਮਫਰੈਂਸ ਆ ਉਹਦੇ ਅੰਦਰ ਨਹੀਂ ਆ ਸਕਦਾ, ਜਿਹਨੂੰ ਕਹਿੰਦੇ ਆ ਨੋ ਗੋ ਨੋ ਕਾਂਟੈਕਟ ਪ੍ਰੋਵੀਜ਼ਨਸ। ਔਰਤ ਨੂੰ ਕਾਂਟੈਕਟ ਨਹੀਂ ਕਰ ਸਕਦਾ ਸਿੱਧੇ ਜਾਂ ਸਿੱਧੇ ਤੌਰ 'ਤੇ। ਸੋ ਸਿਸਟਮ ਹਰ ਪਾਸਿਓਂ ਕੋਸ਼ਿਸ਼ ਕਰਦਾ ਕਿ ਵੀ ਜਿਹੜਾ ਵੀ ਵਿਕਟਮ ਹੈ ਡੋਮੈਸਟਿਕ ਵਾਇਲੈਂਸ ਦਾ ਉਹਨੂੰ ਪ੍ਰੋਟੈਕਟ ਕਰਨ ਦੀ, ਅਤੇ ਨਾਲ ਹੀ ਨਾਲ ਸਿਸਟਮ ਦਾ ਪੂਰਾ ਜ਼ੋਰ ਲੱਗਿਆ ਹੁੰਦਾ ਕਿ ਵੀ ਫੈਮਲੀਆਂ ਨੂੰ ਉਹਨਾਂ ਨੂੰ ਵੱਖ-ਵੱਖ ਜੇ ਹੋ ਸਕੇ ਨਾ ਕੀਤਾ ਜਾਵੇ, ਜੇ ਕਰਨਾ ਪਵੇ ਤਾਂ ਟੈਂਪਰੇਰੀ ਹੋਵੇ ਤਾਂ ਕਿ ਲੇਟਰ ਔਨ ਡਾਊਨ ਦਾ ਰੋਡ ਉਹ ਦੁਬਾਰਾ ਫੇਰ ਇਕੱਠੇ ਰਹਿ ਸਕਣ, ਪਰ ਇਸ ਇਨਸੀਡੈਂਟ ਨੂੰ ਦੁਬਾਰਾ ਨਾ ਦੁਹਰਾਇਆ ਜਾਵੇ। ਮੇਰੇ ਘਰ ਦੇ ਵਿੱਚ ਡੋਮੈਸਟਿਕ ਵਾਇਲੈਂਸ ਹੋ ਰਹੀ ਹੈ, ਮੇਰਾ ਗੁਆਂਢੀ 911 ਕਾਲ ਕਰ ਸਕਦਾ ਜਾਂ ਕਿਸੇ ਨੂੰ ਜੇ ਪਤਾ ਹੈ ਕਿ ਫਲਾਣੇ ਘਰ 'ਚ ਹੋ ਰਿਹਾ ਪਰ ਉਹ ਦੱਸਣਾ ਨਹੀਂ ਚਾਹੁੰਦਾ ਉਹਨਾਂ ਨੂੰ ਕਿ ਮੈਂ ਇਹ ਦੱਸ ਰਿਹਾ ਤੁਹਾਨੂੰ, ਇਹਦਾ ਵੀ ਕੋਈ ਪ੍ਰਬੰਧ ਹੁੰਦਾ? ਡੈਫੀਨੇਟਲੀ ਜੀ। ਜੇ ਤੁਹਾਡੇ ਆਂਢ ਗੁਆਂਢ 'ਚ ਜੇ ਤੁਹਾਨੂੰ ਲੱਗਦਾ ਕਿ ਵੀ ਕਿਸੇ ਨਾਲ ਗਲਤ ਬਿਹੇਵ ਹੋ ਰਿਹਾ ਜਾਂ ਕਿਸੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਤਾਂ ਤੁਸੀਂ ਡੈਫੀਨੇਟਲੀ ਕਾਲ ਕਰ ਸਕਦੇ ਹੋ। ਤੁਸੀਂ ਐਜ਼ ਅ ਐਨੋਨਮਸ ਕਾਲਰ ਵੀ ਕਰ ਸਕਦੇ ਹੋ, ਉਹਨਾਂ ਨੂੰ ਦੱਸ ਸਕਦੇ ਹੋ ਕਿ ਵੀ ਤੁਸੀਂ ਆਪਣਾ ਨਾਮ ਵਗੈਰਾ ਜ਼ਾਹਰ ਨਹੀਂ ਕਰਨਾ ਚਾਹੁੰਦੇ। ਸੋ ਬੋਟਮ ਲਾਈਨ ਇਹ ਹੈ ਕਿ ਵੀ ਵਧੀਆ ਮਾਹੌਲ ਤੁਹਾਡੇ ਆਂਢ ਗੁਆਂਢ 'ਚ ਹੋਣਾ ਜ਼ਰੂਰੀ ਹੈ। ਸੋ ਜੇ ਕੋਈ ਬੰਦਾ ਚਾਹਵੇ ਤਾਂ ਡੈਫੀਨੇਟਲੀ ਕਾਲ ਕਰ ਸਕਦਾ ਜੀ। ਬ੍ਰਿਜਮੋਹਨ ਜੀ, ਆਖਰ ਦੇ ਵਿੱਚ ਸਾਡੇ ਦਰਸ਼ਕਾਂ ਦੇ ਲਈ ਕੋਈ ਸੁਨੇਹਾ ਜੀ? ਮੈਂ ਤਾਂ ਜੀ ਇਹੀ ਕਹੂੰਗਾ ਕਿ ਵੀ ਕਿਸੇ ਨਾਲ ਧੱਕੇਸ਼ਾਹੀ ਕਰਨਾ ਬਹੁਤ ਬੜਾ ਪਾਪ ਹੈ ਜੀ, ਚਾਹੇ ਕੋਈ ਔਰਤ ਹੈ, ਆਦਮੀ ਹੈ, ਚਾਹੇ ਬੱਚੇ ਹੈ, ਪਰ ਆਪਣੇ ਆਪ 'ਤੇ ਧੱਕੇਸ਼ਾਹੀ ਹੋਣ ਦੇ ਨਹੀਂ ਮਹਾ ਪਾਪ ਹੈ ਜੀ। ਸੋ ਤੁਸੀਂ ਨਾ ਕਿਸੇ ਨਾਲ ਕੋਈ ਮਾੜੀ ਗੱਲ ਕਰੋ, ਨਾ ਮਾੜੀ ਗੱਲ ਆਪਣੇ ਨਾਲ ਹੋਣ ਦਿਓ। ਮੇਕ ਸ਼ੋਰ ਕਿ ਵੀ ਤੁਸੀਂ 911 ਨੂੰ ਜ਼ਰੂਰ ਕਾਲ ਕਰੋ ਜੇ ਤੁਹਾਡੇ ਨਾਲ ਕੋਈ ਇਹੋ ਜਿਹੀ ਗੱਲਬਾਤ ਹੁੰਦੀ ਹੈ। ਜੇ ਤੁਸੀਂ ਨਹੀਂ 911 ਨੂੰ ਕਾਲ ਕਰਦੇ ਜਾਂ ਨਹੀਂ ਅਥਾਰਟੀਜ਼ ਨੂੰ ਦੱਸਦੇ ਤਾਂ ਜਿਹੜਾ ਬੰਦਾ ਤੁਹਾਡੇ ਨਾਲ ਧੱਕੇਸ਼ਾਹੀ ਕਰ ਰਿਹਾ ਤੁਸੀਂ ਉਹਨੂੰ ਹੋਰ ਹੌਸਲਾ ਦਿੰਦੇ ਹੋ, ਉਹਦਾ ਦਿਨ ਬ ਦਿਨ ਹੌਸਲਾ ਹੋਰ ਵਧੀ ਜਾਣਾ। ਪਰ ਨਾਲ ਦੀ ਨਾਲ ਤੁਸੀਂ ਵੀ ਮੇਕ ਸ਼ੋਰ ਕਰਨਾ ਕਿ ਵੀ ਤੁਸੀਂ ਬਲ ਦੀ ਅੱਗ 'ਚ ਤੇਲ ਨਹੀਂ ਪਾਉਣਾ, ਤੁਸੀਂ ਵੀ ਆਪਣੇ ਆਪ ਨੂੰ ਸੰਭਾਲ ਕੇ ਰੱਖਣਾ ਜੀ। ਥੈਂਕ ਯੂ ਜੀ।
ਦੋਸਤੋ ਬ੍ਰਿਜਮੋਹਨ ਜੀ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਔਰ ਡੋਮੈਸਟਿਕ ਵਾਇਲੈਂਸ ਬਹੁਤ ਹੀ ਮਾੜੀ ਚੀਜ਼ ਆ। ਅੱਜ ਕੱਲ੍ਹ ਫੇਰ ਇਸ ਮੁੱਦੇ ਦੇ ਉੱਤੇ ਚਰਚਾ ਹੋ ਰਹੀ ਹੈ। ਇਹਦੇ ਬਾਰੇ ਅਵੇਅਰਨੈਸ ਸਾਨੂੰ ਸਾਰਿਆਂ ਨੂੰ ਹੋਣੀ ਬਹੁਤ ਜ਼ਰੂਰੀ ਹੈ, ਤਾਂ ਹੀ ਇਹਦੇ ਤੋਂ ਬਚਿਆ ਜਾ ਸਕਦਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।